हाँ जी बेटा, क्लास 10वीं ਲੈਸਨ 5 ਪੀਰੀਓਡਿਕ ਕਲਾਸੀਫਿਕੇਸ਼ਨ ਆਫ ਦਾ ਐਲੀਮੈਂਟਸ। ਪੰਜਾਬੀ ਮੀਡੀਅਮ ਦੇ ਵਿੱਚ ਤੱਤਾਂ ਦਾ ਆਵਰਤੀ ਵਰਗੀਕਰਨ। ਦੇਖੋ, ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਤੱਤਾਂ ਦਾ ਆਵਰਤੀ ਵਰਗੀਕਰਨ ਆਪਾਂ ਲਿਖਦੇ ਹਾਂ ਤਾਂ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਯਾਨੀ ਕਿ ਪੀਰੀਓਡਿਕ ਟੇਬਲ। ਪੀਰੀਓਡਿਕ ਟੇਬਲ ਹੁੰਦਾ ਕੀ ਹੈ, ਆਵਰਤੀ ਸਾਰਣੀ ਹੁੰਦੀ ਕੀ ਹੈ, ਕਿਉਂਕਿ ਆਪਾਂ ਇਸ ਲੈਸਨ ਦੇ ਵਿੱਚ ਆਵਰਤੀ ਸਾਰਣੀ ਦੇ ਬਾਰੇ ਪੜ੍ਹਨਾ, ਇਸ ਕਰਕੇ ਆਪਾਂ ਨੂੰ ਪੀਰੀਓਡਿਕ ਟੇਬਲ ਜਾਂ ਆਵਰਤੀ ਸਾਰਣੀ ਬਾਰੇ ਪੜ੍ਹਨਾ ਪਊਗਾ ਕਿ ਇਹ ਕੀ ਹੁੰਦੇ ਆ। ਦੇਖੋ ਬੇਟਾ, ਪੀਰੀਓਡਿਕ ਟੇਬਲ ਕੀ ਹੁੰਦਾ? ਇਟ ਇਜ਼ ਦਾ ਸਿਸਟੇਮੈਟਿਕ ਅਰੇਂਜਮੈਂਟ ਆਫ ਐਲੀਮੈਂਟਸ ਅਕੋਰਡਿੰਗ ਟੂ ਸਰਟਨ ਸੈਟ ਆਫ ਰੂਲਸ। ਜਾਂ ਇਹ ਕਹਿ ਦਈਏ ਕਿ ਐਲੀਮੈਂਟਸ ਦੀ ਜਿਹੜੀ ਅਰੇਂਜਮੈਂਟ ਆ ਉਹਨੂੰ ਇੱਕ ਸਿਸਟਮ ਦੇ ਵਿੱਚ ਲਾ ਦਈਏ ਤਾਂ ਉਹਨੂੰ ਅਸੀਂ ਪੀਰੀਓਡਿਕ ਟੇਬਲ ਕਹਿੰਦੇ ਆ। ਸਪੋਜ਼ ਕਰੋ ਤੁਹਾਡੇ ਕੋਲ, ਜਿਵੇਂ ਆਪਾਂ ਇੱਕ ਦੁਕਾਨ ਦੇ ਵਿੱਚ ਜਾਂਦੇ ਆ ਐਂਡ ਦੁਕਾਨ ਦੇ ਵਿੱਚ ਡਿਫਰੈਂਟ ਮਟੀਰੀਅਲ ਹੁੰਦਾ, ਸਮਾਨ ਉਹ ਡਿਫਰੈਂਟ ਖਾਨਿਆਂ ਦੇ ਵਿੱਚ ਪਿਆ ਹੁੰਦਾ। ਸਾਬਣ ਅਲੱਗ ਖਾਨੇ 'ਚ ਪਿਆ, ਪੇਸਟ ਅਲੱਗ ਖਾਨੇ 'ਚ ਪਿਆ, ਹੈ ਨਾ। ਆਪਾਂ ਜਿਹੜੀ ਚੀਜ਼ ਮੰਗਦੇ ਹਾਂ ਤਾਂ ਦੁਕਾਨਦਾਰ ਉਸ ਖਾਨੇ ਕੋਲ ਅਪਰੋਚ ਕਰਦਾ ਅਤੇ ਅਪਰੋਚ ਕਰਨ ਤੋਂ ਬਾਅਦ ਉਹਦੇ ਵਿੱਚੋਂ ਉਹ ਸਮਾਨ ਕੱਢ ਕੇ ਸਾਨੂੰ ਦੇ ਦਿੰਦਾ। ਉਹ ਕਿਉਂ ਪੋਸੀਬਲ ਆ ਕਿ ਇੰਨੀ ਜਲਦੀ ਉਹ ਦੇ ਦਿੰਦਾ? ਕਿਉਂਕਿ ਉਹਨੇ ਸਾਰੇ ਸਮਾਨ ਨੂੰ ਅਰੇਂਜ ਕਰ ਰੱਖਿਆ ਇੱਕ ਸਿਸਟੇਮੈਟਿਕ ਮੈਨਰ ਦੇ ਵਿੱਚ। ਜੇ ਉਹ ਸਾਬਣਾਂ ਦੇ ਵਿੱਚ ਕੋਲਗੇਟ ਸਾਬਣ ਇੱਧਰ ਉੱਧਰ ਮਿਕਸ ਕਰਕੇ ਸਾਰਾ ਸਮਾਨ ਰੱਖੀ ਜਾਵੇ ਤਾਂ ਮੇਰਾ ਖਿਆਲ ਆ ਉਹਨੂੰ ਸਮਾਨ ਲੱਭਣ ਵਿੱਚ ਮੁਸ਼ਕਿਲ ਹੋਏਗੀ। ਇਹੀ ਕਾਰਨ ਜਿਹੜਾ ਸਾਡਾ ਇਸ ਦਾ ਤੱਤਾਂ ਦੇ ਆਵਰਤੀ ਵਰਗੀਕਰਨ ਦਾ ਹੈ ਵੀ ਅਸੀਂ ਤੱਤਾਂ ਦਾ ਵਰਗੀਕਰਨ ਕਿਉਂ ਕੀਤਾ। ਅਸੀਂ ਤੱਤਾਂ ਦੀ ਸਾਰਣੀ ਜਿਹੜੀ ਹੈਗੀ ਆ ਪੀਰੀਓਡਿਕ ਟੇਬਲ, ਵਾਈ ਵੀ ਮੇਡ ਦੈਟ ਪੀਰੀਓਡਿਕ ਟੇਬਲ। ਤਾਂ ਪੀਰੀਓਡਿਕ ਟੇਬਲ ਬਣਾਉਣ ਦੇ ਲਈ ਇੱਕ ਕਿਸੇ ਸਾਇੰਟਿਸਟ ਦਾ ਯੋਗਦਾਨ ਨਹੀਂ ਸੀ। ਦ ਪੀਰੀਓਡਿਕ ਟੇਬਲ ਵਾਸ ਗਿਵਨ ਬਾਈ ਡਿਫਰੈਂਟ ਸਾਇੰਟਿਸਟਸ। ਸਭ ਤੋਂ ਪਹਿਲਾਂ ਸਾਡੇ ਕੋਲੇ ਡਾਰਬਨੀਅਰ ਨੇ ਦਿੱਤਾ ਆਪਣਾ ਨਿਯਮ, ਕਿਉਂਕਿ ਜਦੋਂ ਐਲੀਮੈਂਟਸ ਮਿਲ ਰਹੇ ਸੀਗੇ, ਖੋਜ ਹੋ ਰਹੀ ਸੀ, ਸਭ ਤੋਂ ਵੱਡੀ ਇੱਕ ਸਮੱਸਿਆ ਸੀ ਕਿ ਐਲੀਮੈਂਟਸ ਨੂੰ ਰੱਖਿਆ ਕਿਵੇਂ ਜਾਵੇ। ਤਾਂ ਡਾਰਬਨੀਅਰ ਨੇ ਆਪਣਾ ਇੱਕ ਤਿੱਕੜੀ ਨਿਯਮ ਦਿੱਤਾ, ਇਹਨੂੰ ਟਰਾਇਡ ਵੀ ਕਹਿ ਦਿੰਦੇ ਹਾਂ ਅਸੀਂ, ਡਾਰਬਨੀਅਰਜ਼ ਟਰਾਇਡ, TRIADS। ਟਰਾਇਡਸ ਦਾ ਮਤਲਬ ਤਿੱਕੜੀ, ਤਿੱਕੜੀ ਦਾ ਮਤਲਬ ਅਲੱਗ ਤਿੰਨ ਦੇ ਭਾਗਾਂ 'ਚ ਕੋਈ ਚੀਜ਼ ਜਿਹੜੀ ਵੰਡੀ ਹੋਵੇ, ਟਰਾਇਡ। ਤਾਂ ਡਾਰਬਨੀਅਰ ਨੇ ਕੀ ਕਿਹਾ ਕਿ ਅਗਰ ਅਸੀਂ ਜਿਹੜੇ ਐਲੀਮੈਂਟਸ ਨੇ, ਧਿਆਨ ਨਾਲ ਸੁਣੋ, ਕਿਹੜੇ ਐਲੀਮੈਂਟਸ ਨੇ, ਅਗਰ ਅਸੀਂ ਉਹਨਾਂ ਨੂੰ ਤਿੰਨ ਦੇ ਇਸ ਤਰ੍ਹਾਂ ਦੇ ਜੋਟਿਆਂ 'ਚ ਰੱਖੀਏ ਕਿ ਜਦੋਂ ਫਸਟ ਤੇ ਲਾਸਟ ਐਲੀਮੈਂਟ ਦਾ ਜਿਹੜਾ ਮਾਸ ਹੈ ਉਹਨੂੰ ਜੋੜ ਦਈਏ ਅਤੇ 2 ਨਾਲ ਡਿਵਾਈਡ ਕਰ ਦਈਏ ਤਾਂ ਜੋ ਆਨਸਰ ਆਊਗਾ ਉਹ ਵਿਚਕਾਰਲੇ ਐਲੀਮੈਂਟ ਦਾ ਮਾਸ ਆਊਗਾ। ਦੁਬਾਰਾ ਫਿਰ ਸੁਣੋ, ਡਾਰਬਨੀਅਰ ਨੇ ਕੀ ਕਿਹਾ ਵੀ ਅਗਰ ਅਸੀਂ ਐਲੀਮੈਂਟਸ ਨੂੰ ਤਿੰਨ ਦੇ ਜੋਟਿਆਂ ਵਿੱਚ ਰੱਖ ਦਈਏ, ਉਹ ਤਿੰਨਾਂ ਦੇ ਵਿੱਚੋਂ ਪਹਿਲੇ ਅਤੇ ਅਖੀਰਲੇ ਐਲੀਮੈਂਟ ਦਾ ਜਿਹੜਾ ਮਾਸ ਆ ਜੋੜ ਦਿਓ ਦੋਨਾਂ ਦਾ ਅਤੇ 2 ਨਾਲ ਡਿਵਾਈਡ ਕਰ ਦਿਓ, ਜੋ ਆਨਸਰ ਆਊਗਾ ਉਹ ਵਿਚਕਾਰਲੇ ਯਾਨੀ ਕਿ ਮਿਡਲ ਐਲੀਮੈਂਟ ਦਾ ਮਾਸ ਹੋਏਗਾ। ਐਗਜ਼ਾਮਪਲ, ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਟਰਾਇਡਸ। ਇਹ ਬੇਸ਼ੱਕ ਨੀਚੇ ਨੂੰ ਨੇ, ਅਸਲ ਇਹਨਾਂ ਦੀ ਜਿਹੜੀ ਹੈਗੀ ਆ ਗਰੁੱਪ ਦੇ ਵਿੱਚ, ਉਹ ਬਾਅਦ 'ਚ ਪੜ੍ਹਾਂਗੇ ਆਪਾਂ। ਇਸ ਤਰ੍ਹਾਂ ਅਰੇਂਜਮੈਂਟ ਨੀਚੇ ਨੂੰ। ਲਿਥੀਅਮ ਦਾ ਮਾਸ ਸਾਡੇ ਕੋਲ ਹੈਗਾ 7, ਪੋਟਾਸ਼ੀਅਮ ਦਾ ਮਾਸ ਸਾਡੇ ਕੋਲ 39। ਦੇਖੋ ਹੁਣ ਕੀ ਕਰਨ ਜਾ ਰਹੇ ਹਾਂ ਅਸੀਂ, 7 + 39 ਕਰ ਰਹੇ ਹਾਂ ਇਕੁਅਲ ਟੂ 46, ਡਿਵਾਈਡ ਕਰ ਦਿਓ 2 ਨਾਲ, ਇਕੁਅਲ ਟੂ 23। ਤਾਂ ਜਿਹੜਾ 23 ਹੈ ਇਹ ਹੈਗਾ ਸੋਡੀਅਮ ਦਾ ਮਾਸ। ਬਸ ਇਸੇ ਨੂੰ ਅਸੀਂ ਟਰਾਇਡ ਕਹਿੰਦੇ ਹਾਂ। 1 2 3 ਟਰਾਇਡ। ਫਸਟ ਤੇ ਸੈਕਿੰਡ ਲਾਸਟ ਦਾ ਜਿਹੜਾ ਮਾਸ ਹੈ ਉਹ ਐਡ ਕਰ ਲੈਣਾ, ਡਿਵਾਈਡ ਬਾਈ 2 ਅਤੇ ਮਾਸ ਕੀ ਆ ਗਿਆ, ਮਿਡਲ ਐਲੀਮੈਂਟ ਦਾ। ਸੋ ਇੰਗਲਿਸ਼ ਮੀਡੀਅਮ ਦੇ ਵਿੱਚ, ਇਫ ਦ ਐਲੀਮੈਂਟਸ ਆਰ ਪਲੇਸਡ ਇਨ ਗਰੁੱਪ ਆਫ 3, then if we add the mass of first and the last element and divide it by 2 or take its mean,
it will be equal to the mass of middle element। ਤਾਂ ਇਹ ਸੀਗਾ ਸਾਡੇ ਕੋਲੇ ਡਾਰਬਨੀਅਰ ਦਾ ਟਰਾਇਡ। ਧਿਆਨ ਨਾਲ ਇਸ ਨੂੰ ਪੜ੍ਹਨਾ ਕਿ ਟਰਾਇਡ ਦਾ ਨਿਯਮ ਕੀ ਸੀਗਾ। ਹੁਣ 2 ਤੋਂ 3 ਜਿਹੜੇ ਸੀਗੇ ਟਰਾਇਡ ਡਾਰਬਨੀਅਰ ਦੇ, ਸਿਰਫ ਬੇਟਾ ਉਹੀ ਬਣੇ ਸੀ, ਬਹੁਤ ਜ਼ਿਆਦਾ ਟਰਾਇਡ ਨਹੀਂ ਬਣ ਸਕੇ ਸੀਗੇ। ਇਹ ਧਿਆਨ 'ਚ ਰੱਖਣਾ ਡਾਰਬਨੀਅਰ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਸੀਗਾ ਸਾਡੇ ਕੋਲੇ ਡਾਰਬਨੀਅਰ ਤੋਂ ਬਾਅਦ ਨਿਊਲੈਂਡਸ, ਦੂਜਾ ਵਿਗਿਆਨੀ ਆ ਗਿਆ ਆਕਟੇਵ। ਨਿਊਲੈਂਡਸ ਆਕਟੇਵ, ਨਿਊਲੈਂਡ ਦਾ ਅਸ਼ਟਕ ਸਿਧਾਂਤ। ਵਾਟ ਇਜ਼ ਅਸ਼ਟਕ ਸਿਧਾਂਤ? ਅਸ਼ਟਕ ਮਤਲਬ 8, ਆਕਟੇਵ ਮਤਲਬ 8। ਦੇਖੋ ਨੇ ਸਿੰਪਲ ਜੀ ਗੱਲ ਕਹੀ, ਬੜੀ ਇਫੈਕਟਿਵ ਸੀ ਦੀ ਗੱਲ, ਕਿ ਅਗਰ ਅਸੀਂ ਹੁਣ ਇੱਥੇ ਨੇ ਐਲੀਮੈਂਟਸ ਦਾ ਮਾਸ ਲੈਣਾ ਸ਼ੁਰੂ ਕਰ ਲਿਆ ਸੀਗਾ। ਇਹ ਕਹਿੰਦਾ ਅਗਰ ਅਸੀਂ ਐਲੀਮੈਂਟ ਦਾ ਜਿਹੜਾ ਮਾਸ ਹੈ ਉਸ ਮਾਸ ਦੇ ਅਕੋਰਡਿੰਗ ਉਹਨਾਂ ਨੂੰ ਰੱਖਦੇ ਹਾਂ, ਅਕੋਰਡਿੰਗ ਟੂ ਮਾਸ ਲੈਫਟ ਟੂ ਰਾਈਟ ਰੱਖਦੇ ਜਾਂਦੇ ਹਾਂ। ਮਤਲਬ 1 2 3 4 5 6 7, ਜਿਹੜਾ 8th ਐਲੀਮੈਂਟ ਸੀ ਉਹਦਾ ਮਾਸ ਯਾਨੀ ਕਿ ਉਹਦੀ ਪ੍ਰੋਪਰਟੀਜ਼ ਪਹਿਲੇ ਐਲੀਮੈਂਟ ਦੇ ਨਾਲ ਮਿਲਦੀਆਂ ਸੀਗੀਆਂ। ਹਰ ਇੱਕ 8th ਐਲੀਮੈਂਟ ਦੀਆਂ ਪ੍ਰੋਪਰਟੀਜ਼ ਫਸਟ ਐਲੀਮੈਂਟ ਦੀ ਪ੍ਰੋਪਰਟੀਜ਼ ਦੇ ਨਾਲ ਮਿਲਦੀਆਂ ਸੀਗੀਆਂ। ਨਿਊਲੈਂਡ ਦੇ ਅਸ਼ਟਕ ਸਿਧਾਂਤ ਆਕਟੇਵ ਦੇ ਮੁਤਾਬਕ, ਇਫ ਵੀ ਅਰੇਂਜ ਐਲੀਮੈਂਟਸ in increasing their atomic mass, then the properties of 8th element resemble with the properties of first element। ਅਖੀਰਲੇ ਐਲੀਮੈਂਟ ਦੇ ਪ੍ਰੋਪਰਟੀਜ਼ ਸੀਗੀਆਂ ਜਿਹੜੀਆਂ ਉਹ ਪਹਿਲੇ ਐਲੀਮੈਂਟਸ ਦੀ ਪ੍ਰੋਪਰਟੀਜ਼ ਦੇ ਬਰਾਬਰ, ਮਤਲਬ ਉਹਦੇ ਨਾਲ ਮੈਚ ਕਰਦੀਆਂ ਸੀਗੀਆਂ। ਯਾਨੀ ਕਿ ਇਹ ਤੋਂ 9 10 11 12 13 14 15 ਦੀਆਂ ਫੇਰ ਇਹਦੇ ਨਾਲ ਮਿਲਣਗੀਆਂ, 1 8 15 ਐਂਡ ਸੋ ਔਨ। ਦਿਸ ਇਜ਼ ਦ ਨਿਊਲੈਂਡਸ ਲਾਅ ਆਫ ਆਕਟੇਵ। ਦੁਬਾਰਾ ਫਿਰ ਸੁਣ ਲਓ ਕਿ ਅਗਰ ਅਸੀਂ ਐਲੀਮੈਂਟਸ ਉਹਨਾਂ ਦੇ ਮਾਸ ਦੇ ਮੁਤਾਬਕ ਰੱਖਦੇ ਹਾਂ ਤਾਂ ਹਰ ਇੱਕ 8ਵੇਂ ਐਲੀਮੈਂਟ ਦੀਆਂ ਪ੍ਰੋਪਰਟੀਆਂ, ਕਿਹੜੇ ਐਲੀਮੈਂਟ ਦੀਆਂ? 8ਵੇਂ ਦੀਆਂ, ਕਿਹਦੇ ਨਾਲ ਮਿਲਣਗੀਆਂ? ਫਸਟ ਨਾਲ। ਬਸ ਇਹ ਸੀਗਾ ਲਾ ਨਿਊਲੈਂਡਸ ਲਾਅ ਆਫ ਆਕਟੇਵ। ਇਹ ਲਾ ਵੀ ਕਾਫੀ ਹੱਦ ਤੱਕ ਆਪਣਾ ਜਿਹੜਾ ਕੰਮ ਕਰਦਾ ਰਿਹਾ, ਅਤੇ ਇਸ ਲਾ ਦੇ ਵੀ ਕੁਛ ਫਾਇਦੇ ਅਤੇ ਨੁਕਸਾਨ ਸੀਗੇ। ਹੁਣ ਜਿਹੜਾ ਨਿਊਲੈਂਡ ਸੀਗਾ ਉਹਦਾ ਨਿਯਮ ਬੇਟਾ ਸਿਰਫ ਕੈਲਸ਼ੀਅਮ ਤੱਕ ਸੀਮਤ ਸੀ। ਕੈਲਸ਼ੀਅਮ ਅਟੋਮਿਕ ਨੰਬਰ 20 ਅਟੋਮਿਕ ਨੰਬਰ ਤੱਕ ਇਹ ਕੰਮ ਕਰ ਰਿਹਾ ਸੀ ਪ੍ਰੋਪਰਲੀ। ਜਦੋਂ ਕੈਲਸ਼ੀਅਮ ਤੋਂ ਉੱਪਰ ਐਲੀਮੈਂਟਸ ਦੀ ਖੋਜ ਹੋਣੀ ਸ਼ੁਰੂ ਹੋ ਚੁੱਕੀ ਸੀ, ਉਸ ਤੋਂ ਬਾਅਦ ਜਿਹੜਾ ਨਿਊਲੈਂਡਸ ਲਾਅ ਸੀ ਉਹ ਇੱਦਾਂ ਹੋਲਡ ਗੁੱਡ ਨਹੀਂ ਹੋ ਰਿਹਾ ਸੀ ਜਿੱਦਾਂ ਉਹ ਪਹਿਲੇ 20 ਐਲੀਮੈਂਟਸ ਦੇ ਉੱਤੇ ਹੋ ਰਿਹਾ ਸੀਗਾ। ਇਹਦੀਆਂ ਇਹ ਇੱਕ ਤਰੀਕੇ ਨਾਲ ਲਿਮਿਟੇਸ਼ਨ ਨੇ ਨਿਊਲੈਂਡ ਦੀਆਂ, ਧਿਆਨ ਰੱਖਿਓ। ਲਿਮਿਟੇਸ਼ਨ ਹੁੰਦਾ ਉਹਦੀਆਂ ਖਾਮੀਆਂ, ਵੀ ਕਿਉਂ ਨਹੀਂ ਕਾਮਯਾਬ ਹੋ ਸਕਿਆ, ਉਸ ਦੀਆਂ ਖਾਮੀਆਂ ਕੀ ਸੀ। ਤਾਂ ਕੈਲਸ਼ੀਅਮ ਤੱਕ ਸੀਮਤ ਸੀ। ਦੂਜਾ ਨੰਬਰ, ਇਹਨੇ ਮਤਲਬ ਪ੍ਰੋਡਿਕਸ਼ਨ ਕੀਤੀ ਕਿ ਕੁਦਰਤ ਦੇ ਵਿੱਚ 56 ਐਲੀਮੈਂਟਸ ਨੇ। ਦੂਜਾ ਪੁਆਇੰਟ ਆ ਕਿ ਕੁਦਰਤ ਦੇ ਵਿੱਚ 56 ਐਲੀਮੈਂਟਸ ਨੇ। ਇਹਦੀ ਪ੍ਰੋਡਿਕਸ਼ਨ ਸੀਗੀ, ਭਵਿੱਖਬਾਣੀ ਸੀ। ਪਰ ਬੇਟਾ ਕੁਦਰਤ ਦੇ ਵਿੱਚ ਤਾਂ ਇਸ ਟਾਈਮ 92 ਐਲੀਮੈਂਟਸ ਮਿਲ ਚੁੱਕੇ ਨੇ, ਪਲੱਸ ਉਦੋਂ ਉੱਪਰ ਜਿਹੜੇ ਨੇ ਖੋਜ ਹੋ ਰਹੀ ਹੈ, ਜਿਹੜੇ ਲੈਬੋਰਟਰੀ 'ਚ ਬਣ ਰਹੇ ਨੇ ਉਹ 112-15 ਤੋਂ ਕ੍ਰਾਸ ਕਰ ਚੁੱਕੇ ਨੇ। ਤਾਂ ਦੂਜੀ ਲਿਮਿਟੇਸ਼ਨ ਸੀ ਕਿ 56 ਐਲੀਮੈਂਟ ਤੱਕ ਸੀਮਤ ਆ। ਹੁਣ ਕਾਫੀ ਐਲੀਮੈਂਟਸ ਨੂੰ ਉਹਨੇ ਸੇਮ ਪਲੇਸ 'ਤੇ ਰੱਖਤਾ ਸੀਗਾ, ਜਿਨ੍ਹਾਂ ਦੇ ਪ੍ਰੋਪਰਟੀਜ਼ ਡਿਫਰੈਂਟ ਸੀਗੀਆਂ, ਬਟ ਦੇ ਵਰ ਪਲੇਸਡ ਔਨ ਦੀ ਸੇਮ ਗਰੁੱਪ ਕਹਿ ਲਓ, ਲਾਈਨ ਕਹਿ ਲਓ, ਇੱਕੋ ਲਾਈਨ 'ਚ ਰੱਖਦੇ ਸੀਗੇ। ਤਾਂ ਇਹ ਵੀ ਇਹਦਾ ਜਿਹੜਾ ਹੈਗਾ ਸੀ ਲਿਮਿਟੇਸ਼ਨ ਬਣ ਗਈ ਸੀ। ਇਸ ਕਰਕੇ ਲਾਸਟ 'ਤੇ ਜਾ ਕੇ 3 ਪੁਆਇੰਟ ਆਪਾਂ ਗਿਣਤੇ। 1 ਇਜ਼ ਦਾ ਕੈਲਸ਼ੀਅਮ ਤੱਕ ਸੀਮਤ ਸੀ, ਸੈਕੰਡ ਇਜ਼ ਦਾ ਪ੍ਰੋਡਕਸ਼ਨ ਆਫ 56 ਐਲੀਮੈਂਟ, ਥਰਡ ਇਜ਼ ਦਾ ਪਲੇਸ, ਸੇਮ ਪਲੇਸ ਦੇ ਵਿੱਚ ਡਿਫਰੈਂਟ ਐਲੀਮੈਂਟ ਪਲੇਸ ਕਰਦੇ ਸੀਗੇ। ਸੋ ਇਹ ਜਿਹੜੇ ਲਾਈਟਰ ਐਲੀਮੈਂਟ ਸੀਗੇ ਉਹਨਾਂ ਤੱਕ ਹੀ ਲਿਮਟਡ ਸੀ ਕਿ ਲਾਈਟਰ ਐਲੀਮੈਂਟ ਨੂੰ ਤਾਂ ਐਕਸਪਲੇਨ ਕਰ ਸਕਦਾ ਸੀ। ਪਰ ਜਦੋਂ ਐਲੀਮੈਂਟਸ ਵੱਧ ਗਏ, ਮੋਰ ਦੈਨ ਕੈਲਸ਼ੀਅਮ 30 ਵਾਲੇ ਕ੍ਰਾਸ ਕਰ ਗਏ, ਫਿਰ ਇਹ ਲਾਅ ਆਪਣੇ ਆਪ ਉਹਨਾਂ ਨੂੰ ਸਮਝਾਉਣ ਦੇ ਵਿੱਚ ਅਸਮਰਥ ਹੋ ਗਿਆ ਸੀ। ਫਿਰ ਆ ਗਿਆ ਬੇਟਾ ਮੈਂਡਲੀਵ।
ਮੈਂਡਲੀਵਸ ਪੀਰੀਓਡਿਕ ਟੇਬਲ। ਥਰਡ ਵਿਗਿਆਨੀ ਸਾਡੇ ਕੋਲੇ ਮੈਂਡਲੀਵ ਨੇ ਪੀਰੀਓਡਿਕ ਟੇਬਲ ਆਪਣਾ ਬਣਾਇਆ ਸੀਗਾ। ਤਾਂ ਮੈਂਡਲੀਵ ਨੇ ਵੀ ਇੱਕ ਨਾ ਆਪਣਾ ਛੋਟਾ ਜਿਹਾ ਨਿਯਮ ਦਿੱਤਾ ਸੀਗਾ ਪੀਰੀਓਡਿਕ ਟੇਬਲ ਨੂੰ ਲੈ ਕੇ ਕਿ ਪੀਰੀਓਡਿਕ ਟੇਬਲ ਕਿਸ ਤਰ੍ਹਾਂ ਬਣਨਾ, ਠੀਕ ਹੈ, ਕਿਸ ਤਰ੍ਹਾਂ ਹੋਏਗਾ। ਤਾਂ ਮੈਂਡਲੀਵ ਪੀਰੀਓਡਿਕ ਟੇਬਲ ਦੇ ਮੁਤਾਬਕ ਡੈਫੀਨੇਸ਼ਨ ਆ ਛੋਟੀ ਜੀ, ਡੈਫੀਨੇਸ਼ਨ ਕੀ ਆ, ਅਕੋਰਡਿੰਗ ਟੂ ਮੈਂਡਲੀਵ ਪੀਰੀਓਡਿਕ ਟੇਬਲ ਦਾ ਫਿਜ਼ੀਕਲ, ਇੰਗਲਿਸ਼ ਮੀਡੀਅਮ ਨਾਲ ਲਿਖ ਲਓ, ਐਂਡ ਕੈਮੀਕਲ properties of elements are periodic function of their atomic masses। ਆ ਚੀਜ਼ ਮੇਨ ਆ। ਕੀ ਮਤਲਬ ਹੋਇਆ ਮੈਂਡਲੀਵ ਪੀਰੀਓਡਿਕ ਟੇਬਲ ਦਾ ਪੰਜਾਬੀ ਦੇ ਵਿੱਚ? ਮੈਂਡਲੀਵ ਕਹਿੰਦਾ ਕਿ ਜਿੰਨੇ ਵੀ ਐਲੀਮੈਂਟ ਹੈਗੇ ਨੇ ਕੁਦਰਤ ਦੇ ਵਿੱਚ, ਅਗਰ ਅਸੀਂ ਉਹਨਾਂ ਦੇ ਗੁਣ ਦੇਖਦੇ ਹਾਂ, ਪ੍ਰੋਪਰਟੀਜ਼ ਦੇਖਦੇ ਹਾਂ, ਤਾਂ ਉਹ ਪ੍ਰੋਪਰਟੀਜ਼ ਬੇਟਾ ਉਹਨਾਂ ਦੇ ਐਟੋਮਿਕ ਪੁੰਜ ਦੇ ਉੱਤੇ, ਮਾਸ ਦੇ ਉੱਤੇ ਨਿਰਭਰ ਕਰਦੀਆਂ ਨੇ। ਵੀ ਜਿੱਦਾਂ ਦਾ ਮਾਸ ਹੋਏਗਾ ਉਸ ਤਰ੍ਹਾਂ ਦੀ ਪ੍ਰੋਪਰਟੀ ਹੋਏਗੀ, ਠੀਕ ਹੈ ਨਾ। ਵੀ ਜਿਹੜੀਆਂ ਪ੍ਰੋਪਰਟੀਜ਼ ਨੇ, ਗੁਣ ਨੇ ਨਾ ਐਲੀਮੈਂਟਸ ਦੇ, ਉਹ ਮਾਸ 'ਤੇ ਡਿਪੈਂਡ ਕਰਦੇ ਨੇ, ਹੋਰ ਕਿਸੇ ਚੀਜ਼ 'ਤੇ ਡਿਪੈਂਡ ਨਹੀਂ ਕਰਦੇ। ਮਾਸ ਘੱਟ ਤਾਂ ਪ੍ਰੋਪਰਟੀ ਉਸ ਤਰ੍ਹਾਂ ਦੀਆਂ ਹੋਣਗੀਆਂ, ਵੱਧਾ ਤਾਂ ਉਸ ਤਰ੍ਹਾਂ ਦੀਆਂ ਹੋਣਗੀਆਂ, ਮਾਸ ਮਿਡਲ ਦੇ ਵਿੱਚ ਆ ਰਿਹਾ ਤਾਂ ਉਸ ਤਰ੍ਹਾਂ ਦੀਆਂ ਹੋਣਗੀਆਂ, ਕਿ ਪ੍ਰੋਪਰਟੀ ਡਿਪੈਂਡ ਹੀ ਮਾਸ 'ਤੇ ਕਰਦੀਆਂ ਨੇ। ਇਹ ਮੈਂਡਲੀਵ ਦੀ ਮੇਨ ਜਿਹੜੀ ਧਾਰਨਾ ਸੀਗੀ ਪੀਰੀਓਡਿਕ ਟੇਬਲ ਦੇ ਪ੍ਰਤੀ। ਤਾਂ ਬੇਸ਼ੱਕ ਮੈਂਡਲੀਵ ਇੱਕ ਅੱਛਾ ਕੰਮ ਕਰ ਸਕਿਆ ਸੀ ਪੀਰੀਓਡਿਕ ਟੇਬਲ ਨੂੰ ਲੈ ਕੇ, ਬਹੁਤ ਅੱਛੀ ਉਹਨੇ ਪੀਰੀਓਡਿਕ ਟੇਬਲ ਦੀ ਨੀਂਹ ਰੱਖਤੀ ਸੀ, ਇੱਕ ਟੇਬਲ ਬਣਾਤਾ ਸੀ ਬੜਾ ਅੱਛਾ, ਤੁਹਾਡੀ ਬੁੱਕ ਦੇ ਵਿੱਚ ਹੈਗਾ। ਤਾਂ ਉਹ ਟੇਬਲ ਇਸ ਤਰ੍ਹਾਂ ਬਣਿਆ ਹੋਇਆ ਸੀਗਾ, ਕਾਫੀ ਲੰਬਾ ਚੌੜਾ। ਉਹਦੇ 'ਚ ਗਰੁੱਪ ਸੀਗੇ A ਤੇ B, ਠੀਕ ਹੈ। ਤਾਂ ਇੱਕ ਪੀਰੀਓਡਿਕ ਟੇਬਲ ਦੀ ਨੀਂਹ ਧਰੀ ਗਈ ਸੀ। ਪਰ ਮੈਂਡਲੀਵ ਦੇ ਪੀਰੀਓਡਿਕ ਟੇਬਲ ਦੀਆਂ ਵੀ ਕੁਝ ਖਾਮੀਆਂ ਸੀਗੀਆਂ। ਖਾਮੀਆਂ ਕੀ ਸੀਗੀਆਂ, ਧਿਆਨ ਨਾਲ ਨੋਟ ਕਰੋ। ਪਹਿਲੀ ਨੰਬਰ, ਪੋਜੀਸ਼ਨ ਆਫ ਹਾਈਡਰੋਜਨ ਵਾਜ਼ ਨਾਟ ਕਲੀਅਰ। ਪੋਜੀਸ਼ਨ ਆਫ ਹਾਈਡਰੋਜਨ ਵਾਜ਼ ਨਾਟ ਕਲੀਅਰ। ਦੇਖੋ ਹਾਈਡਰੋਜਨ ਦੀ ਪੋਜੀਸ਼ਨ ਕਲੀਅਰ ਨਹੀਂ ਸੀ। ਇਹ ਖਾਮੀ ਅੱਜ ਤੱਕ ਵੀ ਚੱਲਦੀ ਆ, ਧਿਆਨ ਰੱਖਿਓ। ਇਹ ਖਾਮੀ ਅੱਜ ਟਿਲ ਟੂਡੇ ਵੀ ਚੱਲ ਰਹੀ ਆ, ਕਿਉਂਕਿ ਹਾਈਡਰੋਜਨ ਦੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਉਹ ਮੈਟਲਸ ਨਾਲ ਮਿਲਦੀਆਂ ਨੇ ਖੱਬੇ ਹੱਥ, ਤੇ ਨੌਨ ਮੈਟਲ ਨਾਲ ਮਿਲਦੀਆਂ ਨੇ ਸੱਜੇ ਹੱਥ। ਪਰ ਹਾਈਡਰੋਜਨ ਇੱਥੇ ਧਰਿਆ ਹੋਇਆ ਮੈਟਲ ਦੇ ਉੱਪਰ। ਵਿਗਿਆਨੀ ਇਹ ਕਹਿ ਰਹੇ ਨੇ ਵੀ ਇੱਥੇ ਕਿਉਂ ਨਹੀਂ ਧਰਿਆ, ਵਾਈ? ਜੇ ਉਰੇ ਧਰਦੇ ਆ ਤਾਂ ਫਿਰ ਇੱਥੇ ਕਿਉਂ ਨਹੀਂ ਧਰਿਆ? ਰੌਲਾ, ਹਾਈਡਰੋਜਨ ਐਲੀਮੈਂਟ ਐਸਾ ਐਲੀਮੈਂਟ ਹੈ ਜਿਹਦੀਆਂ ਪ੍ਰੋਪਰਟੀਆਂ ਇਹਨਾਂ ਦੋਨਾਂ ਦੇ ਨਾਲ ਮਿਲਦੀਆਂ ਨੇ, ਇਹਦੇ ਨਾਲ ਵੀ ਇਹਦੇ ਨਾਲ ਵੀ। ਤਾਂ ਇਹੀ ਰੌਲਾ ਸੀ ਵੀ ਇਹਨੂੰ ਕਿੱਥੇ ਧਰਿਆ ਜਾਵੇ, ਉੱਧਰ ਜਾਂ ਇੱਧਰ। ਜਿੱਧਰ ਮਰਜ਼ੀ ਧਰ ਲਓ, ਇਹਦਾ ਰੌਲਾ ਪੈਣਾ ਹੀ ਪੈਣਾ, ਕਿਉਂਕਿ ਦੋ ਥਾਂ ਪ੍ਰੋਪਰਟੀ ਜਿਹਦੀਆਂ ਮਿਲਦੀਆਂ ਹੋਣ ਉਹ ਇੱਕ ਥਾਂ ਦਾ ਕਦੇ ਵੀ ਹੋ ਨਹੀਂ ਸਕਦਾ। ਸੋ ਪਹਿਲਾ ਪੁਆਇੰਟ। ਦੂਜਾ ਪੁਆਇੰਟ, ਕੁਛ ਐਲੀਮੈਂਟਸ ਐਸੇ ਰੱਖਤੇ ਸੀ ਮੈਂਡਲੀਵ ਨੇ, ਇਹਨੇ ਕਿਹਾ ਸੀ ਮਾਸ ਦੇ ਵੱਧਦੇ ਕ੍ਰਮ, ਇਨਕਰੀਜ਼ਡ ਐਟੋਮਿਕ ਨੰਬਰ, ਠੀਕ ਹੈ ਨਾ, ਵੱਧਦੇ ਕ੍ਰਮ ਧਰਨਾ। ਤਾਂ ਇਹਨੇ ਐਸੇ ਐਲੀਮੈਂਟਸ ਫਿਕਸ ਕਰਤੇ ਸੀਗੇ ਜਿਨ੍ਹਾਂ ਦਾ ਮਾਸ ਆਪਸ ਦੇ ਵਿੱਚ ਮਿਲ ਨਹੀਂ ਸੀ ਰਿਹਾ। ਯਾਨੀ ਕਿ ਜਿਵੇਂ ਆਪਾਂ ਕਹਿ ਦਈਏ ਆਰਗਨ, ਪੋਟਾਸ਼ੀਅਮ, ਆਰਗਨ ਦਾ ਮਾਸ 40 ਆ, ਪੋਟਾਸ਼ੀਅਮ ਦਾ ਮਾਸ 39.67 ਜਿੰਨਾ ਵੀ ਹੈਗਾ। ਤਾਂ ਵੱਧ ਮਾਸ ਵਾਲਾ ਪਹਿਲਾਂ ਲਾਤਾ, ਘੱਟ ਮਾਸ ਵਾਲਾ ਬਾਅਦ 'ਚ। ਇਹ ਵੀ ਤਾਂ ਨਾਇਨਸਾਫੀ ਹੈ। ਜਦ ਤੁਸੀਂ ਪਹਿਲਾਂ ਕਹਿ ਰਹੇ ਹੋ ਕਿ ਜੇ ਤੁਸੀਂ ਐਟੋਮਿਕ ਮਾਸ ਦੇ ਵੱਧਦੇ ਕ੍ਰਮ ਦੇ ਵਿੱਚ ਆਹ ਕੰਮ ਕਰਦੇ ਹੋ ਤੇ ਬਾਅਦ ਦੇ ਵਿੱਚ ਘਟਦੇ ਕ੍ਰਮ 'ਚ ਉਹਨੂੰ ਲਿਖ ਦਵੋ, ਇਟ ਇਜ਼ ਸਮਵਟ ਡਿਫਰੈਂਟ ਥਿੰਗ। ਉਹਦੀ ਲਿਮਿਟੇਸ਼ਨ ਬਣ ਗਈ ਆ। ਥਰਡ, ਜਿਹੜੀ ਲਿਮਿਟੇਸ਼ਨ ਸੀ ਮੈਂਡਲੀਵ ਦੇ ਪੀਰੀਓਡਿਕ ਟੇਬਲ ਦੀ, ਤਾਂ ਜਿਹੜਾ ਆਈਸੋਟੋਪ ਸੀ, ਆਈਸੋਟੋਪ ਮਤਲਬ ਕਾਰਬਨ 12 6 6 13 6 14, these are called isotopes, atoms of same element having different atomic mass and same atomic number। तो ये तीन आइसोटोप ने। हुण तुसीं मैनूं दसो मैं कार्बन नूं कित्थे रखां? 12 के हिसाब नाल रखां मास दे नाल, 13 के हिसाब नाल रखां, 14 के हिसाब नाल रखां? सो जस्ट आई मीन टू से कि देयर आर 3 different masses of carbon and I have to place the carbon according to their mass। सो मैं किहड़ा मास कंसीडर करां आउट ऑफ 3? हरेक एलीमेंट के 1 2 3 आइसोटोप्स ने जिहड़े एग्जिस्ट करते हैं। सो इहदे मुताबक एवरी आइसोटोप शुड हैव
ਅ ਡਿਫਰੈਂਟ ਪਲੇਸ। ਤਾਂ ਅਗਰ 90 ਐਲੀਮੈਂਟ ਕੁਦਰਤ ਦੇ ਵਿੱਚ ਹੋਏ ਤਾਂ ਸਾਡੇ ਕੋਲੇ 270 ਪਲੇਸਿਸ ਬਣ ਜਾਣਗੀਆਂ, ਮਲਟੀ ਕਰਕੇ 3 ਨਾਲ। ਤਿੰਨ ਆਈਸੋਟੋਪ ਇੱਕ ਦੇ ਬਣਦੇ ਹੋਏ ਤਾਂ ਇਟਸ ਨਾਟ ਪੋਸੀਬਲ ਇੰਨਾ ਲੰਬਾ ਪੀਰੀਓਡਿਕ ਟੇਬਲ ਬਣਾਉਣਾ। ਸੋ ਮੈਂਡਲੀਵ ਦਾ ਪੀਰੀਓਡਿਕ ਟੇਬਲ ਇੱਥੇ ਵੀ ਇੱਕ ਮਾਰਕ ਆ ਗਿਆ ਸੀਗਾ। ਕਿਆ ਪੁਆਇੰਟ ਸੀ ਥਰਡ ਕਿ ਇਟ ਕੁਡ ਨਾਟ tell us any idea about the placement of isotopes ਕਿ ਆਈਸੋਟੋਪ ਦੇ ਨਾਲ ਕਿਵੇਂ ਆਪਾਂ ਨੇ ਰੱਖਣਾ ਉਹਨਾਂ ਨੂੰ। ਠੀਕ ਹੈ, ਇਹ ਚੀਜ਼ ਧਿਆਨ 'ਚ ਰੱਖਣੀ ਆ। ਉਸ ਤੋਂ ਥੋੜੀ ਜਿਹੀ ਕੁਝ ਹੋਰ ਲਿਮਿਟੇਸ਼ਨ ਨਿੱਕੇ ਨਿੱਕੇ ਤੁਹਾਡੀ ਬੁੱਕ 'ਚ ਦਿੱਤੇ ਹੋਏ ਨੇ। 3 ਲਿਮਿਟੇਸ਼ਨ ਦੁਬਾਰਾ ਰਿਪੀਟ ਕਰ ਲਈਏ ਕਿ ਹਾਈਡਰੋਜਨ ਦੀ ਪੋਜੀਸ਼ਨ ਨਾਟ ਕਲੀਅਰ ਸੀਗੀ, ਜਿਹੜਾ ਮਾਸ ਸੀਗਾ ਉਹਦੇ ਅਕੋਰਡਿੰਗ ਐਲੀਮੈਂਟ ਰੱਖੇ ਨਹੀਂ ਗਏ ਸੀਗੇ, ਇਹਨੂੰ ਅਸੀਂ ਅਨੋਮਲਸ ਪੇਅਰਸ ਕਹਿੰਦੇ ਆ। ਤੀਜਾ ਕਿ ਆਈਸੋਟੋਪ ਦੀ ਜਿਹੜੀ ਪੋਜੀਸ਼ਨ ਸੀ ਦੈਟ ਵਾਜ਼ ਨਾਟ ਕਲੀਅਰ, ਦੈਟ ਵਾਜ਼ ਨਾਟ ਟੋਲਡ ਕਿ ਆਈਸੋਟੋਪਸ ਕਿੱਥੇ ਜਾਣਗੇ। ਫਿਰ ਸਾਡੇ ਕੋਲ ਆਇਆ ਸੀਗਾ ਮਾਡਰਨ ਪੀਰੀਓਡਿਕ ਟੇਬਲ। ਮਾਡਰਨ ਪੀਰੀਓਡਿਕ ਟੇਬਲ ਨੇ ਦੇਖੋ, ਤੁਸੀਂ ਖੁਦ ਹੀ ਸੋਚੋ ਬੇਟਾ, ਮੰਨ ਲਓ ਕਿਸੇ ਕਲਾਸ ਦੇ ਵਿੱਚ ਆਪਾਂ ਨੇ ਐਡਮਿਸ਼ਨ ਕਰਨੀ ਆ ਤੇ ਬੱਚੇ ਐਡਮਿਸ਼ਨ ਲੈਣ ਆ ਰਹੇ ਨੇ। ਮੈਂ ਉੱਥੇ ਉਹਨਾਂ ਨੂੰ ਕਹਿ ਦਾਂ ਕਿ ਭਾਈ ਮੇਰੇ ਕੋਲ 20 ਸ਼ੀਟਾਂ ਨੇ ਤੇ ਮੈਂ ਉਹਨਾਂ ਨੂੰ ਤੁਹਾਡੇ ਵਜ਼ਨ ਦੇ ਹਿਸਾਬ ਨਾਲ ਰੱਖਿਆ ਹੋਇਆ, ਯਾਨੀ ਕਿ ਜਿਹੜੇ ਬੱਚੇ ਦਾ ਵਜ਼ਨ 35 ਕਿਲੋ ਆ ਉਹ ਪਹਿਲੀ ਸ਼ੀਟ 'ਤੇ ਬਹਿ ਜਾਊਗਾ, 36 37 38 ਵਾਲਾ ਦੂਜੀ ਸ਼ੀਟ 'ਤੇ, 39 ਵਾਲਾ ਤੀਜੀ 'ਤੇ, 40 ਵਾਲਾ ਅਗਲੀ 'ਤੇ, 41 ਵਾਲਾ ਉਦੋਂ ਅਗਲੀ 'ਤੇ, 50 ਤੱਕ ਮੈਂ ਅਰੇਂਜ ਕਰਤਾ ਹੈ ਨਾ। ਮੰਨ ਲਓ ਤੁਹਾਡੀ ਉਮਰ ਇੱਕੋ ਜਿਹੀ ਆ, ਤੁਹਾਡੀ ਕਲਾਸ ਇੱਕੋ ਜਿਹੀ ਆ, ਤੁਹਾਡੇ ਵਜ਼ਨ ਵੀ ਇੱਕੋ ਜਿਹੇ ਹੋਣਗੇ। ਮੰਨ ਲਓ ਮੇਰੇ ਕੋਲ 40 ਕਿਲੋ ਭਾਰ ਵਾਲੇ 4 ਬੱਚੇ ਆ ਗਏ, ਸ਼ੀਟ ਮੈਂ ਰੱਖੀ ਇੱਕ, ਤਾਂ ਫਿਰ ਮੈਂ ਕੀ ਕਰੂੰਗਾ ਵੀ 3 ਬੱਚਿਆਂ ਨੂੰ ਕਿੱਥੇ ਬਿਠਾਊਂਗਾ, ਤਾਂ ਕਿਤੇ ਨਾ ਕਿਤੇ ਪੰਗਾ ਪੈ ਗਿਆ। ਮੰਨ ਲਓ ਮੈਂ ਸ਼ੀਟਾਂ ਲਈ ਸੀ ਸਿਰਫ 50 ਕਿਲੋਗ੍ਰਾਮ ਤੱਕ, ਮੇਰੇ ਕੋਲ ਬੱਚਾ ਥੋੜਾ ਹੈਵੀ ਆ ਗਿਆ, ਵਜ਼ਨ ਉਹ 70 ਕਿਲੋਗ੍ਰਾਮ ਆ, ਫਿਰ ਮੇਰੇ ਕੋਲ ਸ਼ੀਟ ਹੈ ਨਹੀਂ। ਸੋ ਮਾਸ ਦੇ ਬੇਸ ਦੇ ਉੱਪਰ ਕਿਸੇ ਚੀਜ਼ ਨੂੰ ਅਰੇਂਜ ਕਰਨਾ ਇੱਕ ਵਧੀਆ ਆਈਡੀਆ ਨਹੀਂ ਹੈਗਾ। ਸੋ ਹੁਣ ਕੀ ਕਰਾਂਗੇ ਆਪਾਂ, ਮਾਡਰਨ ਪੀਰੀਓਡਿਕ ਟੇਬਲ। ਇਹਨੇ ਇਸ ਚੀਜ਼ ਨੂੰ ਛੱਡਤਾ ਮਾਸ ਨੂੰ, ਇਹਨੇ ਕੀ ਲੈ ਲਿਆ, ਐਟੋਮਿਕ ਨੰਬਰ। ਤੁਸੀਂ ਦੇਖ ਸਕਦੇ ਹੋ ਤਿੰਨੇ ਹੀ ਕਾਰਬਨਾਂ ਦਾ ਐਟੋਮਿਕ ਨੰਬਰ ਕੀ ਆ ਬੇਟਾ, ਸੇਮ, ਇੱਕੋ ਜਿਹਾ ਐਟੋਮਿਕ ਨੰਬਰ ਆ ਰਿਹਾ ਤਿੰਨ ਹੀ ਕਾਰਬਨਾਂ ਦਾ। ਤਾਂ ਅਗਰ ਮੈਂ ਐਟੋਮਿਕ ਨੰਬਰ ਦੇ ਬੇਸ ਤੇ ਅਰੇਂਜ ਕਰਦਾ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਣੀ। ਮੰਨ ਲਓ ਮੈਂ ਬੱਚਿਆਂ ਨੂੰ ਕਹਿੰਦਾ ਕਿ ਮੈਂ ਭਾਈ ਰੋਲ ਨੰਬਰ ਦੇ ਬੇਸ ਤੇ ਅਰੇਂਜ ਕਰੂੰਗਾ, ਤੁਹਾਡਾ ਜਿਹੜਾ ਪਹਿਲਾ ਆ ਗਿਆ ਉਹਦਾ ਰੋਲ ਨੰਬਰ ਪਹਿਲਾ, ਦੂਜਾ ਆ ਗਿਆ ਦੂਜਾ ਰੋਲ ਨੰਬਰ ਆ, ਤੀਜਾ, ਜਿਹੜੇ ਨੰਬਰ ਤੇ ਆਉਂਗੇ ਯੂ ਵਿਲ ਗੈਟ ਦਾ ਸੇਮ ਨੰਬਰਸ ਐਜ਼ ਰੋਲ ਨੰਬਰ। ਤਾਂ ਆਈ ਥਿੰਕ ਦਿਸ ਵਿਲ ਨਾਟ ਕ੍ਰੀਏਟ ਐਨੀ ਪ੍ਰੋਬਲਮ, ਇਹ ਕਿਸੇ ਵੀ ਪ੍ਰੋਬਲਮ ਨੂੰ ਕ੍ਰੀਏਟ ਨਹੀਂ ਕਰੇਗਾ। ਹਰ ਇੱਕ ਬੱਚੇ ਦਾ ਨੰਬਰ ਇੱਕ ਅਲੱਗ ਹੋਏਗਾ, ਬੇਸ਼ੱਕ ਉਹਦਾ ਜਿਹੜਾ ਵਜ਼ਨ ਹੈ ਜਿੰਨਾ ਮਰਜ਼ੀ ਹੈ। ਸੋ ਮਾਡਰਨ ਪੀਰੀਓਡਿਕ ਟੇਬਲ ਨੇ ਇਹੀ ਕਿਹਾ, ਨੋਟ ਕਰ ਲਓ ਕਿ the physical and chemical properties, ਉਹੀ ਡੈਫੀਨੇਸ਼ਨ ਆ ਪਿਛਲੇ ਵਾਲੀ। It states that physical and chemical properties of the elements are periodic function of their atomic number। ਜਿੱਥੇ ਮਾਸ ਲਿਖਿਆ ਸੀ ਨਾ ਤੁਸੀਂ ਉਸ ਚੀਜ਼ ਨੂੰ ਅਟੋਮਿਕ ਨੰਬਰ ਕਰ ਲਓ, ਬਸ ਆ ਦੇਖੋ ਦਿਸ ਇਜ਼ ਦਾ ਮਾਸ, ਇੱਥੇ ਅਟੋਮਿਕ ਨੰਬਰ ਕਰ ਲੈਣਾ। ਮੈਂਡਲੀਵ ਦੇ ਪੀਰੀਓਡਿਕ ਟੇਬਲ ਵਾਲੀ ਜਿਹੜੀ ਡੈਫੀਨੇਸ਼ਨ ਆ ਉਹਨੂੰ ਸਿਰਫ ਤੇ ਸਿਰਫ ਤੁਸੀਂ ਅਟੋਮਿਕ ਨੰਬਰ ਕਰ ਲੈਣਾ ਬਸ, ਬਾਕੀ ਸਾਰੀ ਡੈਫੀਨੇਸ਼ਨ ਉਹੀ ਆ। ਯਾਨੀ ਕਿ ਅਟੋਮਿਕ ਨੰਬਰ ਦੇ ਉੱਤੇ ਪ੍ਰੋਪਰਟੀਜ਼ ਨੇ ਜਿਹੜੀਆਂ ਬੇਸ ਨੇ, ਔਰ ਇਹ ਲਾਸਟ ਵਾਂਗੂ ਸੀ ਪੀਰੀਓਡਿਕ ਟੇਬਲ ਜਿਹੜਾ ਕਿ ਅਟੋਮਿਕ ਨੰਬਰ ਦੇ ਬੇਸ ਤੇ ਰੱਖਿਆ ਗਿਆ, ਔਰ ਬੜਾ ਸੋਹਣੀ ਇਹ ਜਿਹੜੀ ਅਰੇਂਜਮੈਂਟ ਕੀਤੀ ਗਈ ਇਹਦੀ। ਯੂ ਕੈਨ ਸੀ ਹੇਅਰ ਇਹ ਪੀਰੀਓਡਿਕ ਟੇਬਲ ਆ, ਦੇਖੋ ਆਧੁਨਿਕ ਆਵਰਤੀ ਸਾਰਣੀ। ਕਿਹੜੀ ਆਵਰਤੀ ਸਾਰਣੀ ਹੈ, ਇਹ ਸਾਡੇ ਕੋਲੇ ਆਧੁਨਿਕ ਹੈ, ਮਾਡਰਨ ਪੀਰੀਓਡਿਕ ਟੇਬਲ ਹੈ। ਇਹਦੇ 'ਚ ਧਿਆਨ ਦਿਓ 18 ਗਰੁੱਪਸ ਨੇ, ਉੱਪਰ ਤੋਂ ਨੀਚੇ ਨੂੰ ਨੇ ਨਾ, ਆਹ ਲਾਈਨਾਂ ਗਿਣ ਲਓ, ਸਕਰੀਨਸ਼ਾਟ ਲੈ ਸਕਦੇ ਹੋ। ਮੈਂ ਇੱਥੇ ਵੀ ਗਿਣ ਦਿੰਦਾ 1 to 18 ਲਿਖਿਆ ਹੋਇਆ ਵੈਸੇ ਉੱਪਰ, ਅਗਰ ਧਿਆਨ ਨਾਲ ਦੇਖੋਗੇ ਨਾ, ਆਹ ਦੇਖੋ 18 ਲਿਖਿਆ ਹੋਇਆ ਉੱਪਰ, ਦਿਸ ਇਜ਼ 18। ਆਹ ਗਰੁੱਪ 17 16 15, ਠੀਕ ਹੈ। ਇਹਨੂੰ ਗਰੁੱਪ ਕਹਿੰਦੇ ਆ ਟੌਪ ਟੂ ਬਾਟਮ, ਉੱਪਰ ਤੋਂ ਨੀਚੇ ਜਿਹੜੀ ਲਾਈਨਾਂ ਨੇ, ਉੱਪਰੋਂ ਨੀਚੇ ਨੂੰ ਇਸ ਤਰ੍ਹਾਂ ਟੌਪ ਟੂ ਬਾਟਮ। ਥੀਸ ਆਰ 18 ਲਾਈਨਸ ਐਂਡ ਥੀਸ ਆਰ ਕਾਲਡ ਗਰੁੱਪਸ। ਐਂਡ ਲੈਫਟ ਟੂ ਰਾਈਟ, ਹੇਅਰ ਆਰ ਦਾ ਲੈਫਟ ਟੂ ਰਾਈਟ ਸਾਡੇ ਕੋਲੇ 7 ਨੇ। ਕਿੰਨੀਆਂ ਨੇ? 7। ਯੂ ਕੈਨ ਸੀ ਇਟ ਕਲੀਅਰਲੀ, ਕਲੀਅਰ ਦੇਖ ਸਕਦੇ ਹੋ। 7 ਸਾਡੇ ਕੋਲੇ ਪੀਰੀਅਡ ਨੇ ਤੇ 18 ਸਾਡੇ ਕੋਲੇ ਗਰੁੱਪਸ। ਧਿਆਨ ਰੱਖਣਾ, ਯਾਦ ਕਰ ਲਓ
ਗਰੁੱਪਸ ਕਿੰਨੇ ਨੇ 18 ਤੇ ਪੀਰੀਅਡ ਕਿੰਨੇ ਨੇ 7। ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ 7 ਪੀਰੀਅਡ ਲੈਫਟ ਟੂ ਰਾਈਟ, 18 ਗਰੁੱਪ ਟੌਪ ਟੂ ਬਾਟਮ ਜਿਹੜੀਆਂ ਲਾਈਨਾਂ ਨੇ ਉਹ ਹੈਗੀਆਂ ਨੇ। ਤਾਂ ਮਾਡਰਨ ਪੀਰੀਓਡਿਕ ਟੇਬਲ ਨੇ ਕਾਫੀ ਹੱਦ ਤੱਕ ਜਿਹੜੀ ਇਹ ਪ੍ਰੋਬਲਮ ਸੀ ਸਾਨੂੰ ਸਮਝਾਤੀ ਸੀ। ਠੀਕ ਹੈ, ਹੁਣ ਮਾਡਰਨ ਪੀਰੀਓਡਿਕ ਟੇਬਲ ਬਾਰੇ ਆਪਾਂ ਜਿਹੜਾ ਨੈਕਸਟ ਗੱਲਾਂ ਨੇ ਉਹ ਬੇਟਾ ਆਪਾਂ ਨੈਕਸਟ ਲੈਸਨ ਦੇ ਵਿੱਚ ਪੜਾਂਗੇ। ਹੁਣ ਤੱਕ ਦਾ ਕੰਮ ਕੀ ਹੈ ਤੁਹਾਡਾ, ਪਹਿਲੇ 4 ਨਿਯਮ ਨੇ ਜਿਹੜੇ ਪੜ੍ਹਾਏ ਸੀ ਡਾਬਨੀਆ ਟਰਾਇਡ ਤੋਂ ਲੈ ਕੇ ਮਾਡਰਨ ਪੀਰੀਓਡਿਕ ਟੇਬਲ ਦੀ ਡੈਫੀਨੇਸ਼ਨ ਤੱਕ, ਇਹ ਸਾਰੇ ਤੁਸੀਂ ਲਰਨ ਕਰ ਲੈਣੇ ਨੇ, ਬੜੇ ਸੌਖੇ ਨੇ, ਥੋੜੀ ਦੇਰ ਦੀ ਪ੍ਰੈਕਟਿਸ ਦੇ ਨਾਲ ਤੁਹਾਡੇ ਯਾਦ ਹੋ ਜਾਣਗੇ। ਠੀਕ ਹੈ ਜੀ, ਬਾਕੀ ਆਪਾਂ ਡਿਸਕਸ ਕਰਦੇ ਹਾਂ ਨੈਕਸਟ ਲੈਕਚਰ 'ਚ।